ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗੁਲ ਸਮਾਦੰ। ਮੁਖ ਝੂਠ ਬਿਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ। ਗਲ ਮਾਲਾ ਤਿਲਕ ਲਿਲਾਟੰ, ਦੋਏ ਧੋਤੀ ਬਸਤਰ ਕਪਾਟੰ। ਜੇ ਜਾਨਸ ਬ੍ਰਹਮੰ ਕਰਮੰ, ਸਭ ਫੋਕਟ ਨਿਸਚਉ ਕਰਮੰ। ਕਹੋ ਨਾਨਕ ਨਿਹਚਉ ਧਿਆਵੈ, ਵਿਨ ਸਤਿਗੁਰ ਵਾਟ ਨਾ ਪਾਵੈ। ਕਹੋ ਨਾਨਕ ਨਿਹਚਉ ਧਿਆਵੈ, ਵਿਨ ਸਤਿਗੁਰ ਵਾਟ ਨਾ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਸਤਿਗੁਰਾਂ ਦੀ ਅਪਾਰ ਦਇਆ ਦ੍ਰਿਸ਼ਟੀ ਹੋਈ ਹੈ। ਆਪ ਜੀ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ। ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸਮਾਂ ਹੈ ਸਤਿਗੁਰਾਂ ਦੀ ਪਾਵਨ ਬਾਣੀ ਸ਼੍ਰੀ ਆਸਾ ਜੀ ਕੀ ਵਾਰ ਦੀ ਕਥਾ ਵਿਚਾਰ ਦਾ। ਸਤਿਗੁਰਾਂ ਨੇ ਦਇਆ ਕੀਤੀ ਹੈ। ਆਪਾਂ ਆਸਾ ਦੀ ਵਾਰ ਦੇ 13 ਪੌੜੀਆਂ ਸਮੇਤ ਸ਼ਲੋਕਾਂ ਦੇ ਸੰਪੂਰਨ ਕਰ ਚੁੱਕੇ ਹਾਂ। 14ਵੀਂ ਪੌੜੀ ਦਾ ਅੱਜ ਆਪ ਜੀ ਨੇ ਦੂਸਰਾ ਸ਼ਲੋਕ ਜੋ ਹੈ ਸਰਵਣ ਕੀਤਾ ਹੈ। ਸਤਿਗੁਰਾਂ ਨੇ ਕੱਲ੍ਹ ਬਖਸ਼ਿਸ਼ ਕੀਤੀ ਸੀ ਕਿ ਜਿਹੜੇ ਲੋਕ ਬਾਹਰੋਂ ਧਰਮੀ ਹੋਣ ਦਾ ਪਖੰਡ ਕਰਦੇ ਹੈ, ਉਹਨਾਂ ਦਾ ਜੀਵਨ ਸਿੰਬਲ ਰੁੱਖ ਦੀ ਤਰ੍ਹਾਂ ਹੈ। ਜਿਹੜਾ ਸਿੰਬਲ ਦਾ ਰੁੱਖ ਹੈ, ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ, ਪਰ ਅੰਦਰ ਉਹਦੇ ਕੁਝ ਵੀ ਨਹੀਂ ਹੁੰਦਾ। ਅੰਦਰੋਂ ਖੋਖਲਾ ਹੁੰਦਾ ਹੈ। ਨਾ ਉਹਦੇ ਫਲ ਸਵਾਦ ਹੁੰਦੇ ਆ, ਨਾ ਫੁੱਲ ਹੀ ਕਿਸੇ ਕੰਮ ਆਉਂਦੇ ਆ, ਅਤੇ ਨਾ ਹੀ ਪੱਤੇ। ਇਸੇ ਤਰ੍ਹਾਂ ਉਸ ਮਨੁੱਖ ਦਾ ਜੀਵਨ ਵੀ ਇਸ ਤਰ੍ਹਾਂ ਦਾ ਹੁੰਦਾ ਹੈ। ਉਹ ਵੇਖਣ ਨੂੰ ਤੇ ਬਾਹਰੋਂ ਬੜਾ ਚੰਗਾ ਧਰਮੀ ਲੱਗਦਾ ਹੈ, ਗਿਆਨਵਾਨ ਲੱਗਦਾ ਹੈ, ਮਹਾਤਮਾ ਪੁਰਸ਼ ਲੱਗਦਾ ਹੈ, ਪਰ ਅੰਦਰੋਂ ਪਖੰਡੀ ਹੁੰਦਾ ਹੈ। ਅੰਦਰੋਂ ਕਿਸੇ ਨੂੰ ਧਾਰਮਿਕ ਗਿਆਨ ਦੇਣ ਦੇ ਕਿਸੇ ਤਰ੍ਹਾਂ ਦੀ ਕੋਈ ਇਹਦੀ ਸਮਰੱਥਾ ਨਹੀਂ ਹੁੰਦੀ, ਕਿਉਂਕਿ ਨਾਮ ਉਹਦੇ ਆਪਣੇ ਕੋਲ ਨਹੀਂ ਹੁੰਦਾ। ਉਹਨੇ ਕਿਸੇ ਨੂੰ ਨਾਮ ਕੀ ਦੇਣਾ। ਫਿਰ ਸਤਿਗੁਰਾਂ ਨੇ ਕਿਹਾ ਇਹੋ ਜਿਹੇ ਲੋਕ ਜਿਹੜੇ ਆ ਉਹ ਦੂਸਰਿਆਂ ਨੂੰ ਆਪਣੇ ਅੱਗੇ ਨਿਵਾਉਂਦੇ ਆ, ਆਪ ਕਿਸੇ ਦੇ ਅੱਗੇ ਨਹੀਂ ਨਿਭਦੇ। ਅਤੇ ਫਿਰ ਮਹਾਰਾਜ ਨੇ ਕਿਹਾ ਕਿ ਨਿਭਣਾ ਬਹੁਤ ਵੱਡਾ ਗੁਣ ਹੈ, ਕਿਉਂਕਿ ਜਦੋਂ ਤਕੜੀ ਦਾ ਜਿਹੜਾ ਸ਼ਾਬਾ ਨਿਭਦਾ ਹੈ ਉਹਦਾ ਮੁੱਲ ਜ਼ਿਆਦਾ ਪੈਂਦਾ ਹੈ। ਫਿਰ ਸਤਿਗੁਰਾਂ ਨੇ ਨਿਭਣ ਦੀ ਗੱਲ ਕਰਦਿਆਂ ਇਹ ਵੀ ਦੱਸਿਆ ਸੀ ਕਿ ਭਾਈ ਨਿਭਣਾ ਇਹ ਨਹੀਂ ਕਿ ਬਾਹਰੋਂ ਹੀ ਬਸ ਨਿਭੀ ਜਾਣਾ, ਆਪਣੇ ਅੰਦਰੋਂ ਨਿਭ, ਤਾਂ ਕਿ ਤੇਰੀ ਕਲਿਆਣ ਹੋਵੇ, ਤਾਂ ਕਿ ਤੂੰ ਬਖਸ਼ਿਆ ਜਾਵੇਂ। ਇਸ ਤਰ੍ਹਾਂ ਮਹਾਰਾਜ ਨੇ ਕੱਲ੍ਹ ਉਪਦੇਸ਼ ਬਖਸ਼ਿਸ਼ ਕੀਤਾ ਸੀ ਪਹਿਲੇ ਸ਼ਲੋਕ ਦੇ ਅੰਦਰ। ਅੱਜ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਸਿੰਬਲ ਦੇ ਰੁੱਖਾਂ ਵਰਗੇ ਮਨੁੱਖਾਂ ਦੀ ਗੱਲ ਕਰ ਰਹੇ ਆ, ਜਿਨ੍ਹਾਂ ਨੇ ਸਿਰਫ ਪੜ੍ਹਿਆ ਹੈ ਅਤੇ ਧਾਰਮਿਕ ਕਰਮਕਾਂਡ ਕਰ ਰਹੇ ਨੇ, ਅਤੇ ਪਰ ਕਮਾਉਣ ਵੱਲ, ਨਾਮ ਜਪਣ ਵੱਲ ਜਿਨ੍ਹਾਂ ਦਾ ਧਿਆਨ ਹੀ ਨਹੀਂ। ਉਹਨਾਂ ਦੀ ਮਹਾਰਾਜ ਗੱਲ ਕਰਦੇ ਹੋਏ ਅੱਜ ਦੇ ਸ਼ਲੋਕ ਦੇ ਅੰਦਰ ਬਖਸ਼ਿਸ਼ਾਂ ਕਰ ਰਹੇ ਨੇ। ਸੰਪਰਦਾਈ ਵਿਦਵਾਨਾਂ ਨੇ ਸਾਧ ਸੰਗਤ ਇਸ ਸ਼ਬਦ ਦੇ ਨਾਲ ਇੱਕ ਸਾਖੀ ਵੀ ਲਿਖੀ ਹੋਈ ਹੈ, ਉਥਾਨਕਾ ਜਿਹਨੂੰ ਕਹਿੰਦੇ ਆ, ਕਿ ਇਹ ਸ਼ਬਦ ਕਿਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਇਹ ਜਿਹੜਾ ਸ਼ਬਦ ਹੈ, ਪਾਵਨ ਸ਼ਬਦ ਜੋ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ,
ਇਹ ਗੁਰੂ ਨਾਨਕ ਸਾਹਿਬ ਨੇ ਕਾਂਸ਼ੀ ਦੀ ਧਰਤੀ ਦੇ ਉੱਤੇ ਸਾਧ ਸੰਗਤ ਉਚਾਰਨ ਕੀਤਾ ਹੈ। ਜਦੋਂ ਧੰਨ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਕਾਂਸ਼ੀ ਦੀ ਧਰਤੀ ਤੇ ਪਹੁੰਚਦੇ ਆ ਤੇ ਮਹਾਰਾਜ ਇੱਕ ਜਗ੍ਹਾ ਬੈਠਣ ਲੱਗਦੇ ਤੇ ਨੇੜੇ ਇੱਕ ਕੁੱਤਾ ਮਰਿਆ ਹੋਇਆ ਪਿਆ ਹੁੰਦਾ ਹੈ। ਉਸ ਕੁੱਤੇ ਨੂੰ ਦੇਖ ਕੇ ਭਾਈ ਮਰਦਾਨੇ ਨੇ ਕਿਹਾ, ਮਹਾਰਾਜ ਇੱਥੇ ਤੇ ਸਾਹਮਣੇ ਕੁੱਤਾ ਮਰਿਆ ਪਿਆ, ਇੱਥੇ ਬੈਠਣ ਦਾ ਕੀ ਫਾਇਦਾ, ਆਪਾਂ ਕਿਤੇ ਹੋਰ ਬੈਠਦੇ ਹਾਂ। ਮਹਾਰਾਜ ਕਹਿੰਦੇ ਕੋਈ ਨਹੀਂ ਮਰਦਾਨਿਆਂ, ਬੈਠ ਜਾ, ਸਾਰੀਆਂ ਜਗ੍ਹਾ ਪਰਮਾਤਮਾ ਦੀਆਂ ਹੁੰਦੀਆਂ, ਸਾਰੀਆਂ ਚੰਗੀਆਂ ਹੁੰਦੀਆਂ। ਬੈਠ ਗਏ ਨੇ ਉਸ ਜਗ੍ਹਾ ਦੇ ਉੱਤੇ, ਕੀਰਤਨ ਆਰੰਭ ਕੀਤਾ ਹੈ ਤੇ ਕਾਂਸ਼ੀ ਦੇ ਵਿੱਚ ਰੌਲਾ ਪੈ ਗਿਆ ਕਿ ਕੋਈ ਫਕੀਰ, ਕੋਈ ਮਹਾਂਪੁਰਸ਼ ਬਾਹਰੋਂ ਚੱਲ ਕੇ ਆਇਆ। ਤੇ ਕਾਂਸ਼ੀ ਕਿਉਂਕਿ ਵਿਦਿਆ ਦਾ ਬੜਾ ਵੱਡਾ ਮੰਦਰ ਹੈ, ਸੰਸਕ੍ਰਿਤ ਵੇਦਾਂ ਦੀ ਸਾਰੀ ਜਾਣਕਾਰੀ ਪੜ੍ਹਨ ਵਾਸਤੇ ਦੂਰ ਦਰੇਡੇ ਤੋਂ ਇੱਥੇ ਪੰਡਤ ਲੋਕ ਆਣ ਕੇ ਵਿਦਿਆ ਦੀ ਪ੍ਰਾਪਤੀ ਕਰਦੇ ਆ। ਤੇ ਜਦੋਂ ਪਤਾ ਲੱਗਾ ਤੇ ਉੱਥੋਂ ਕਾਂਸ਼ੀ ਦਾ ਇੱਕ ਰਹਿਣ ਵਾਲਾ ਗੋਪਾਲ ਦਾਸ ਪੰਡਤ ਆਪਣੇ ਨਾਲ ਦਿਆਂ ਹੋਰਾਂ ਪੰਡਤਾਂ ਨੂੰ ਲੈ ਕੇ ਤੇ ਸਤਿਗੁਰਾਂ ਦੇ ਕੋਲ ਆਉਂਦਾ ਹੈ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਤੇ ਆਣ ਕੇ ਕਹਿੰਦਾ ਕਵਣ ਪੁਸਤਕ ਅਧਿਐਨ, ਕਹਿੰਦਾ ਤੁਸੀਂ ਕਿਹੜੀਆਂ ਪੁਸਤਕਾਂ ਦਾ ਅਧਿਐਨ ਕੀਤਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ, ਪੰਡਤ ਜੀ ਇਹ ਤਾਂ ਵਿਦਵਾਨਾਂ ਦਾ ਕੰਮ ਹੈ, ਪੰਡਤਾਂ ਦਾ ਕੰਮ ਹੈ ਵਿਦਵਾਨਾਂ ਦਾ, ਪੁਸਤਕਾਂ ਪੜ੍ਹਨੀਆਂ। ਤੇ ਸਾਡਾ ਕੀ ਕੰਮ ਹੈ ਫਕੀਰਾਂ ਦਾ, ਅਸੀਂ ਦੇ ਨਾਮ ਜਪਣ ਵਾਲੇ ਹਾਂ, ਅਸੀਂ ਕੋਈ ਪੁਸਤਕ ਜਿਹੜੀ ਉਹ ਨਹੀਂ ਪੜ੍ਹੀ। ਗੋਪਾਲ ਦਾਸ ਪੰਡਤ ਗੁੱਸੇ ਵਿੱਚ ਆ ਕੇ ਕਹਿੰਦਾ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਇੰਨੀ ਪਵਿੱਤਰ ਧਰਤੀ ਕਾਂਸ਼ੀ ਦੀ, ਜਿੱਥੇ ਪੜ੍ਹੇ ਲਿਖਿਆਂ ਦਾ ਮੁੱਲ ਪੈਂਦਾ ਹੈ, ਤੇ ਤੁਸੀਂ ਇੱਥੇ ਮੂੰਹ ਚੁੱਕ ਕੇ ਆ ਜਾਂਦੇ ਹੋ ਫਕੀਰ ਲੋਕ। ਤੁਹਾਨੂੰ ਪਤਾ ਨਹੀਂ ਕੁਝ ਗਿਆਨ ਵੀ ਪੜ੍ਹਨਾ ਹੁੰਦਾ, ਕੋਈ ਪੁਸਤਕਾਂ ਵੀ ਪੜ੍ਹਨੀਆਂ ਪੈਂਦੀਆਂ, ਕਿਸੇ ਨਾਲ ਚਰਚਾ ਵੀ ਕਰਨੀ ਹੁੰਦੀ ਹੈ। ਜਾਂ ਤਾਂ ਕਹਿੰਦਾ ਮੇਰੇ ਨਾਲ ਚਰਚਾ ਕਰੋ ਤੇ ਜਾਂ ਇਸ ਧਰਤੀ ਨੂੰ ਛੱਡ ਕੇ ਕਾਂਸ਼ੀ ਦੀ ਨੂੰ ਇੱਥੋਂ ਚਲੇ ਜਾਓ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਹੱਸ ਕੇ ਕਹਿੰਦੇ ਪੰਡਤ ਜੀ ਫਿਰ ਮੇਰੇ ਨਾਲ ਚਰਚਾ ਕਰੋਗੇ ਕਿ ਜਾਂ ਤੁਹਾਡੇ ਬਰਾਬਰ ਕੋਈ ਪੰਡਤ ਦੇਵਾਂ ਤੁਹਾਨੂੰ। ਗੋਪਾਲ ਦਾਸ ਕਹਿੰਦਾ ਕੀ ਗੱਲਾਂ ਕਰਦੇ। ਸਤਿਗੁਰੂ ਕਹਿੰਦੇ ਭਾਈ ਉਹ ਤੂੰ ਗੱਲ ਕਵੇਂ ਦੇ ਸਾਹਮਣੇ ਜਿਹੜਾ ਕੁੱਤਾ ਮਰਿਆ ਪਿਆ ਨਾ, ਜੇ ਉਹਦੇ ਕੋਲੋਂ ਅਸੀਂ ਤੇਰੇ ਧਰਮ ਗ੍ਰੰਥਾਂ ਦੀ ਤੇਰੀ ਬਾਤ ਚਰਚਾ ਉਹਦੇ ਨਾਲ ਕਰਾ ਦਈਏ ਤੇ ਫਿਰ ਮੰਨੇਗਾ ਸਾਨੂੰ। ਗੋਪਾਲ ਦਾਸ ਹੈਰਾਨ ਹੋ ਗਿਆ, ਕਹਿੰਦਾ ਇਹ ਕਿਵੇਂ ਹੋ ਸਕਦਾ। ਸਤਿਗੁਰਾਂ ਨੇ ਕਿਹਾ, ਭਾਈ ਮਰਦਾਨੇ ਨੂੰ ਜਲ ਸੀਗਾ ਸਤਿਗੁਰਾਂ ਦੇ ਪਾਸ, ਕਹਿੰਦੇ ਭਾਈ ਮਰਦਾਨਿਆ ਉਸ ਕੁੱਤੇ ਦੇ ਉੱਤੇ 7 ਕਰਤਾਰ ਕਰਕੇ ਜਲ ਛਿੜਕ ਦੇ। ਭਾਈ ਮਰਦਾਨਾ ਜੀ ਨੇ ਉਸ ਕੁੱਤੇ ਦੇ ਉੱਤੇ ਜਲ ਛਿੜਕਿਆ, 7 ਕਰਤਾਰ ਕਹਿ ਕੇ ਕੁੱਤਾ ਉੱਠ ਖੜਿਆ ਹੋਇਆ, ਆਣ ਕੇ ਨਮਸਕਾਰ ਕਰਕੇ ਸਤਿਗੁਰਾਂ ਦੇ ਕੋਲ ਬੈਠ ਗਿਆ। ਤੇ ਜਦੋਂ ਸਤਿਗੁਰਾਂ ਦੇ ਕੋਲ ਬੈਠਾ ਤੇ ਸਾਰੇ ਗੋਪਾਲ ਦਾਸ ਪੰਡਤ ਸਾਰੇ ਹੈਰਾਨ ਹੋ ਗਏ ਕਿ ਵਾਕਈ ਇਹ ਕੋਈ ਮਹਾਂਪੁਰਸ਼ ਹੈ ਜਿਹੜਾ ਇੰਨੀ ਕਰਨੀ ਵਾਲਾ, ਇੱਕ ਮਰੇ ਹੋਏ ਕੁੱਤੇ ਨੂੰ ਜਿਹਨੇ ਉਠਾ ਦਿੱਤਾ। ਤੇ ਫਿਰ ਉਹ ਗੋਪਾਲ ਦਾਸ ਪੰਡਤ ਕਹਿੰਦਾ ਤੁਸੀਂ ਕਿਹਦੇ ਚੇਲੇ ਹੋ, ਕਿੱਥੋਂ ਆਏ ਮੈਨੂੰ ਦੱਸੋ। ਮਾਰੇ ਕਹਿੰਦੇ ਭਾਈ ਤੂੰ ਇਹ ਨਾ ਗੱਲ ਕਰ, ਤੂੰ ਇਹ ਗੱਲ ਕਰ ਕਿ ਤੂੰ ਕਿਹੜੀਆਂ ਪੁਸਤਕਾਂ ਦੀ ਗੱਲ ਕਰਦਾ। ਜੇ ਵਾਦ ਵਿਵਾਦ ਕਰਨਾ ਹੈ ਤੇ ਸਾਡਾ ਪੰਡਤ ਵੀ ਆ ਗਿਆ ਤੇ ਤੂੰ ਵੀ ਪੰਡਤ ਆ, ਤੇ ਦੋਵੇਂ ਰਲ ਕੇ ਵਾਦ ਵਿਵਾਦ ਕਰੋ, ਸ਼ਾਸਤਰਾਂ ਦੀ ਚਰਚਾ ਕਰੋ। ਸਾਡਾ ਪੰਡਤ ਵੀ ਹਾਜ਼ਰ ਹੈ ਤੇ ਤੂੰ ਵੀ ਪੰਡਤ ਆ ਤੇ ਤੂੰ ਹੀ ਵਾਦ ਵਿਵਾਦ ਕਰੋ। ਉਹ ਕਹਿੰਦਾ ਮਹਾਰਾਜ ਚਲੋ, ਮੈਂ ਗੋਪਾਲ ਦਾਸ ਕਹਿੰਦਾ ਮੈਂ ਵਾਦ ਵਿਵਾਦ ਕਰਦਾ, ਪਰ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਕੁੱਤਾ ਇਹ ਕੌਣ ਹੈ, ਤੁਸੀਂ ਇਹਨੂੰ ਜਿਹੜਾ ਖੜਾ ਕਰ ਦਿੱਤਾ, ਜਗਾ ਦਿੱਤਾ। ਤੇ ਸਤਿਗੁਰੂ ਕਹਿੰਦੇ ਇਹ ਕੁੱਤਾ ਹੀ ਤੈਨੂੰ ਦੱਸੂਗਾ ਕਿ ਇਹ ਕੌਣ ਹੈ, ਪੁੱਛ ਤੇ ਸਹੀ ਇਹਨੂੰ। ਕਹਿੰਦਾ ਕਿ ਇਹਨੂੰ ਗਿਆਨ ਕੋਈ ਚਰਚਾ ਹੈਗੀ ਕੁੱਤੇ ਨੂੰ। ਮਹਾਰਾਜ ਕਹਿੰਦੇ ਤੂੰ ਆਪੇ ਪੁੱਛ ਲਾ ਇਸ ਕੁੱਤੇ ਨੂੰ, ਇਹ ਆਪੇ ਤੈਨੂੰ ਦੱਸੂਗਾ। ਗੋਪਾਲ ਦਾਸ ਕਹਿੰਦਾ ਕਵਣ ਪੁਸਤਕ ਅਧਿਆਤਮ, ਕਹਿੰਦਾ ਕਿਹੜੀਆਂ ਪੁਸਤਕਾਂ ਦਾ ਅਧਿਐਨ ਕੀਤਾ ਕੁੱਤੇ ਨੂੰ ਕਹਿੰਦਾ। ਤੇ ਕੁੱਤਾ ਕਹਿੰਦਾ ਸਰਬ ਪੁਸਤਕ ਅਧਿਆਤਮ, ਕਹਿੰਦਾ ਸਾਰੀਆਂ ਪੁਸਤਕਾਂ ਦਾ ਅਧਿਐਨ ਕੀਤਾ ਮੈਂ। ਤੇ ਉਸ ਸਮੇਂ ਹੈਰਾਨ ਹੋ ਗਿਆ ਜਦੋਂ ਕੁੱਤੇ ਨੇ ਬੋਲਿਆ ਇਹ ਸ਼ਬਦ ਆਪਣੇ ਮੂੰਹ ਦੇ ਵਿੱਚੋਂ। ਹੈਰਾਨ ਹੋ ਕੇ ਕਹਿੰਦਾ ਕੁੱਤੇ ਨੂੰ ਕਿ ਤੂੰ ਕੌਣ ਹੈ। ਤੇ ਕੁੱਤਾ ਕਹਿੰਦਾ ਮੈਂ ਵੀ ਇੱਕ ਪੰਡਤ ਹਾਂ, ਪਰ ਤੇਰਾ ਖਾਸ ਹਾਂ। ਕਹਿੰਦਾ ਮੇਰਾ ਖਾਸ ਕਿਵੇਂ ਹੋਇਆ ਤੂੰ। ਕਹਿੰਦਾ ਗੋਪਾਲ ਦਾਸ ਮੈਂ ਤੇਰਾ ਦਾਦਾ ਬਿਸ਼ਨ ਦਾਸ ਹਾਂ। ਹੈਰਾਨ ਹੋ ਗਿਆ ਗੋਪਾਲ ਦਾਸ, ਕਹਿੰਦਾ ਦਾਦਾ ਜੀ ਤੁਸੀਂ ਇਸ ਤਰ੍ਹਾਂ ਕੁੱਤੇ ਦੀ ਜੂਨ ਦੇ ਵਿੱਚ। ਕਹਿੰਦਾ ਜੀ ਹਾਲਾਤ ਇਹ ਬਣੀ। ਕੁੱਤਾ ਕਹਿੰਦਾ ਕਿ ਪੁੱਤਰ ਮੈਂ ਵੀ ਤੇਰੇ ਵਾਂਗੂ ਨਾ
ਜਿਹੜਾ ਵੀ ਧਰਮੀ ਪੁਰਸ਼ ਇਸ ਕਾਂਸ਼ੀ ਦੀ ਧਰਤੀ 'ਤੇ ਆਉਂਦਾ ਸੀ, ਮੈਂ ਉਹਦੇ ਕੋਲ ਜਾ ਕੇ ਵਾਰ-ਵਾਰ ਉਹਨੂੰ ਜਾ ਕੇ ਕਹਿਣਾ ਮੇਰੇ ਨਾਲ ਆ ਕੇ ਚਰਚਾ ਕਰ ਸ਼ਾਸਤਰਾਂ ਦੀ, ਅਤੇ ਮੈਂ ਉਹਦੇ ਨਾਲ ਲੜਿਆ ਕਰਨਾ। ਅਤੇ ਜਦੋਂ ਮੈਂ ਲੜਿਆ ਕਰਨਾ ਅਤੇ ਉਹਨੇ ਫਿਰ ਇੱਕ ਦਿਨ ਐਸਾ ਆਇਆ ਕਿ ਕੋਈ ਧਰਮਾਤਮਾ ਸੱਚੀ ਕੋਈ ਮਹਾਂਪੁਰਸ਼ ਆਇਆ, ਉਹਦੇ ਮੈਂ ਜਦੋਂ ਵਾਰ-ਵਾਰ ਜਾ ਕੇ ਕਿਹਾ ਕਿ ਮੇਰੇ ਨਾਲ ਚਰਚਾ ਕਰ, ਵਾਰ-ਵਾਰ ਉਹਨੂੰ ਜਾ ਕੇ ਬੋਲਣਾ, ਅਤੇ ਇੱਕ ਦਿਨ ਉਹਨੇ ਮੈਨੂੰ ਕਹਿ ਹੀ ਦਿੱਤਾ ਕਿ ਤੂੰ ਨਾਮ ਜਪਣ ਦੇ ਵਿੱਚ ਵਿਘਨ ਪਾਉਣਾ, ਜਾ ਕੁੱਤਿਆਂ ਵਾਂਗੂ ਭੌਂਕਦਾ ਫਿਰਦਾ, ਜਾਂ ਤੈਨੂੰ ਕੁੱਤੇ ਦੀ ਜੂਨੀ ਪ੍ਰਾਪਤ ਹੋਈ। ਕਹਿੰਦਾ ਗੋਪਾਲ ਦਾਸ ਪੁੱਤਰ, ਮੈਂ ਤਾਂ ਕਰਕੇ ਕੁੱਤੇ ਦੀ ਜੂਨੀ ਦੇ ਵਿੱਚ ਇਸ ਕਾਂਸ਼ੀ ਦੀ ਧਰਤੀ 'ਤੇ ਤੁਰਿਆ ਫਿਰਦਾ। ਅੱਜ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਆਏ, ਇਹਨਾਂ ਨੇ ਮੇਰਾ ਉਧਾਰ ਕੀਤਾ, ਮੈਨੂੰ ਮਰੇ ਨੂੰ ਜੀਵਨ ਦੇ ਕੇ। ਹੁਣ ਮੈਂ ਇਹਨਾਂ ਦੇ ਅੱਗੇ ਬੇਨਤੀ ਕਰਦਾ ਕਿ ਮਹਾਰਾਜ ਮੈਨੂੰ ਮੇਰੀ ਕਲਿਆਣ ਕਰੋ, ਮੈਂ ਸ਼ਸਤਰਾਂ ਵਿਧੀਆਂ ਨੂੰ ਪੜ੍ਹਨ ਵਾਲਾ, ਅਤੇ ਕਿਰਪਾ ਕਰਕੇ ਮੇਰੀ ਕਲਿਆਣ ਕਰੋ। ਫਿਰ ਗੋਪਾਲ ਦਾਸ ਪੰਡਤ ਥੋੜ੍ਹਾ ਜਿਹਾ ਢਿੱਲਾ ਪਿਆ। ਇਹਨੇ ਫਿਰ ਸਤਿਗੁਰਾਂ ਦੇ ਹਜ਼ੂਰ ਅਰਦਾਸ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰੋ, ਮੇਰੇ ਦਾਦੇ ਦਾ ਉਧਾਰ ਵੀ ਕਰੋ ਅਤੇ ਸਾਨੂੰ ਵੀ ਕੋਈ ਸਿੱਖਿਆ ਦਿਓ। ਫਿਰ ਸਤਿਗੁਰਾਂ ਨੇ ਇਸ ਕੁੱਤੇ ਦੇ ਰੂਪ ਦੇ ਵਿੱਚ ਜੋ ਦਾਦਾ ਸੀ ਇਹਦਾ, ਗੋਪਾਲ ਦਾਸ ਦਾ, ਇਹਦੀ ਕਲਿਆਣ ਕੀਤੀ ਹੈ, ਇਹਨੂੰ ਸੱਚਖੰਡ ਤੋਰਿਆ ਹੈ। ਫਿਰ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਜਿਹੜਾ ਇਹ ਜਿੰਨੇ ਵੀ ਪੰਡਤ ਆਏ ਸਨ, ਇਹਨਾਂ ਸਾਰਿਆਂ ਨੂੰ ਬਿਠਾ ਕੇ ਸਤਿਗੁਰਾਂ ਨੇ ਇਹ ਉਪਦੇਸ਼ ਦਿੱਤਾ ਹੈ। ਕੀ ਉਪਦੇਸ਼ ਹੈ, ਆਓ ਆਪਾਂ ਵਿਚਾਰਨ ਦਾ ਯਤਨ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗੁਲ ਸਮਾਦੰ। ਸਤਿਗੁਰ ਕਹਿੰਦੇ ਭਾਈ ਪੰਡਤੋ, ਤੁਸੀਂ ਪੁਸਤਕਾਂ ਪੜ੍ਹਨ ਵਾਲੇ, ਪੁਸਤਕ ਪੜ੍ਹਦੇ ਹੋ, ਫਿਰ ਸੰਧਿਆ ਕਰਦੇ ਹੋ। ਸੰਧਿਆ ਸੂਰਜ ਛਿਪਣ 'ਤੇ ਚੜ੍ਹਨ ਤੋਂ ਪਹਿਲਾਂ ਵਾਲਾ ਜਿਹੜਾ ਕਾਰਜ ਹੁੰਦਾ, ਮਹਾਰਾਜ ਕਹਿੰਦੇ ਤੁਸੀਂ ਪੂਜਾ ਪਾਠ ਕਰਦੇ ਹੋ। ਸੰਧਿਆ ਫਿਰ ਬਾਦਨ, ਫਿਰ ਤੁਸੀਂ ਵਿਚਾਰ ਚਰਚਾ ਕਰਦੇ ਹੋ ਇੱਕ ਦੂਜੇ ਦੇ ਨਾਲ, ਜਾਂ ਜੇ ਕੋਈ ਬਾਹਰੋਂ ਆਉਂਦਾ ਉਹਦੇ ਨਾਲ ਵਿਚਾਰ ਚਰਚਾ ਕਰਦੇ ਹੋ। ਇਹ ਤੋਂ ਤੁਸੀਂ ਇਹਨੂੰ ਧਰਮ ਸਮਝਦੇ ਹੋ। ਪੁਸਤਕਾਂ ਪੜ੍ਹਨੀਆਂ, ਸੰਧਿਆ ਕਰਨੀ, ਫਿਰ ਉਸ ਤੋਂ ਬਾਅਦ ਵਾਦ ਵਿਵਾਦ ਕਰਨਾ। ਸਿਲ ਪੂਜਸ ਬਗੁਲ ਸਮਾਦਨ, ਫਿਰ ਤੁਸੀਂ ਪੱਥਰਾਂ ਨੂੰ ਪੂਜਦੇ ਹੋ, ਸਿੱਲਾਂ ਨੂੰ ਪੂਜਦੇ ਹੋ, ਠਾਕੁਰ ਬਣਾ ਕੇ ਪੂਜਦੇ ਹੋ ਸਿੱਲਾਂ ਨੂੰ। ਸਿਲ ਪੂਜਸ ਬਗਲ ਸਮਾਦਨ, ਫਿਰ ਤੁਸੀਂ ਬਗਲੇ ਦੀ ਤਰ੍ਹਾਂ ਸਮਾਧੀਆਂ ਲਾ ਕੇ ਬੈਠ ਜਾਂਦੇ ਹੋ। ਕਿਉਂਕਿ ਬਗਲਾ ਜਿਹੜਾ ਹੁੰਦਾ ਨਾ ਸਾਧ ਸੰਗਤ, ਇਹ ਵੀ ਆਪਣੀਆਂ ਅੱਖਾਂ ਬੰਦ ਕਰਕੇ ਇੱਕ ਲੱਤ ਦੇ ਉੱਤੇ ਪਾਣੀ 'ਚ ਖੜਾ ਰਹਿੰਦਾ, ਅਤੇ ਜਦੋਂ ਨੇੜੇ ਕੋਈ ਮੱਛੀ ਆਉਂਦੀ ਉਸੇ ਵੇਲੇ ਉਹਨੂੰ ਫੜ ਕੇ ਤੇ ਖਾ ਜਾਂਦਾ। ਇਸੇ ਤਰ੍ਹਾਂ ਇਹ ਵੀ ਅੱਖਾਂ ਬੰਦ ਕਰਕੇ ਬਗਲੇ ਦੀਆਂ ਤਰ੍ਹਾਂ ਸਮਾਧੀਆਂ ਲਾ ਕੇ ਬੈਠ ਜਾਂਦੇ। ਜੇ ਕੋਈ ਆਉਂਦਾ, ਕੋਈ ਭੋਲਾ ਭਾਲਾ ਪੁਰਸ਼, ਉਹਨੂੰ ਠੱਗ ਲਿਆ ਜਾਂਦਾ। ਉਹਨੂੰ ਕਹਿੰਦੇ ਕਿ ਤੇਰੇ ਕੋਲ ਪਾਠ ਪੂਜਾ ਕਰਵਾਉਣੀ, ਤੇਰਾ ਉਪਾਅ ਕਰਦੇ ਹਾਂ ਅਤੇ ਤੇਰੀ ਕਲਿਆਣ ਕਰਦੇ ਹਾਂ, ਇਸ ਤਰ੍ਹਾਂ ਕਰਕੇ ਉਹਨਾਂ ਨੂੰ ਠੱਗ ਲੈਂਦੇ ਬਗਲੇ ਦੀ ਤਰ੍ਹਾਂ। ਮਹਾਰਾਜ ਕਹਿੰਦੇ ਤੁਸੀਂ ਸਿੱਲਾਂ ਨੂੰ ਪੂਜਦੇ ਹੋ, ਪੱਥਰਾਂ ਨੂੰ ਪੂਜਦੇ ਹੋ, ਅਤੇ ਬਗਲੇ ਦੀ ਤਰ੍ਹਾਂ ਸਮਾਧੀਆਂ ਲਾ ਕੇ ਬੈਠ ਜਾਂਦੇ। ਮੁੱਖ ਝੂਠ ਵਿਭੂਖਣ ਸਾਰੰ, ਅਤੇ ਫਿਰ ਮੁੱਖੋਂ ਝੂਠ ਬੋਲਦੇ ਹੋ, ਅਤੇ ਫਿਰ ਉਸ ਝੂਠ ਨੂੰ ਸ਼ਿੰਗਾਰ ਦਿੰਦੇ। ਝੂਠ ਨੂੰ ਸ਼ਿੰਗਾਰਨਾ ਸਾਧ ਸੰਗਤ ਕੀ ਹੁੰਦਾ ਹੈ ਕਿ ਕਿਸੇ ਨੇ ਝੂਠ ਬੋਲ ਦਿੱਤਾ ਅਤੇ ਦੂਸਰੇ ਉਸ ਝੂਠ ਨੂੰ ਕਹਿਣਾ ਕਿ ਹਾਂ ਭਾਈ ਇਹ ਸੱਚ ਹੈ, ਮੈਂ ਵੀ ਦੇਖਿਆ ਸੀ ਉਸ ਜਗ੍ਹਾ ਦੇ ਉੱਤੇ, ਉਹ ਫਿਰ ਝੂਠ ਸੱਚ ਹੋ ਜਾਂਦਾ। ਜਿਵੇਂ ਇੱਕ ਦ੍ਰਿਸ਼ਟਾਂਤ ਦਿੰਦੇ ਹੁੰਦੇ ਆ, ਕਹਿੰਦੇ ਕਿ ਇੱਕ ਦੋ ਬੰਦਿਆਂ ਨੇ ਆਪਸ ਦੇ ਵਿੱਚ ਰਾਏ ਕਰ ਲਈ, ਸਲਾਹ ਕਰ ਲਈ ਕਿ ਅੱਜ ਰਾਜੇ ਨੂੰ ਜਾ ਕੇ, ਇੱਕ ਕਹਿੰਦਾ ਮੈਂ ਝੂਠ ਬੋਲਾਂਗਾ ਅਤੇ ਦੂਸਰਾ ਕਹਿੰਦਾ ਤੂੰ ਉਸ ਝੂਠ ਨੂੰ ਸੱਚ ਕਰਕੇ ਵਿਖਾਉਣਾ, ਸ਼ਿੰਗਾਰਨਾ। ਇੱਕ ਗਿਆ ਰਾਜੇ ਕੋਲ, ਜਾ ਕੇ ਕਹਿੰਦਾ ਮਹਾਰਾਜ ਅੱਜ ਨਾ ਮੈਂ ਇੱਕ ਸ਼ਿਕਾਰੀ ਨੂੰ ਵੇਖਿਆ, ਉਹਨੇ ਨਾ ਗੁਲੇਲੇ ਦੇ ਨਾਲ ਇੱਕ ਕਬੂਤਰ ਦੇ ਰੋੜਾ ਮਾਰਿਆ, ਗੁਲੇਲੇ ਦੇ ਨਾਲ ਖਿੱਚ ਕੇ, ਅਤੇ ਕੀ ਹੋਇਆ ਕਿ ਉਹ ਜਿਹੜਾ ਕਬੂਤਰ ਸੀ ਉਹ ਦਰਖਤ ਦੀ ਟਾਹਣੀ ਤੋਂ ਡਿੱਗਦਾ ਡਿੱਗਦਾ ਹੀ ਹੇਠਾਂ ਆਉਂਦਿਆਂ ਤੱਕ ਕਬਾਬ ਬਣ ਗਿਆ। ਉਹਨੂੰ ਅੱਗ ਲੱਗ ਗਈ ਅਤੇ ਡਿੱਗਦਿਆਂ ਡਿੱਗਦਿਆਂ ਕਬਾਬ ਬਣ ਗਿਆ। ਸਾਰੇ ਦਰਬਾਰ 'ਚ ਕਹਿੰਦੇ ਝੂਠ ਆ, ਇਸ ਤਰ੍ਹਾਂ ਨਹੀਂ ਹੋ ਸਕਦਾ, ਕਦੀ ਨਹੀਂ ਹੋ ਸਕਦਾ। ਅਤੇ ਨੇੜੇ ਜਿਹੜਾ ਦੂਸਰਾ ਸੀ ਉਹਨੇ ਸ਼ਿੰਗਾਰ ਦਿੱਤਾ ਝੂਠ ਨੂੰ। ਉਹ ਕਹਿੰਦਾ ਮਹਾਰਾਜ ਪਤਾ ਕੀ ਗੱਲ ਹੋਈ, ਮੈਂ ਵੀ ਉੱਥੇ ਹੀ ਖੜਾ ਸੀ। ਹੋਇਆ ਇੰਝ ਕਿ ਇਹਨੇ ਜਦੋਂ ਗਲੇਲਾ ਮਾਰਿਆ, ਜਦੋਂ ਰੋੜਾ ਮਾਰਿਆ, ਅਤੇ ਉਹ ਨਾ ਜਿਹੜਾ ਕਬੂਤਰ ਸੀ ਉਹਨੇ ਵੀ ਰੋੜੇ ਖਾਧੇ ਸੀ, ਅਤੇ ਉਹ ਜਦੋਂ ਰੋੜੇ ਦੇ ਨਾਲ ਰੋੜਾ ਵੱਜਾ ਅਤੇ ਉਹਦੇ ਵਿੱਚੋਂ ਅੱਗ ਪੈਦਾ ਹੋ ਗਈ। ਅਤੇ ਉਹ ਜਦੋਂ ਅੱਗ ਪੈਦਾ ਹੋਈ ਅਤੇ ਕਬੂਤਰ ਹੇਠਾਂ ਨੂੰ ਡਿੱਗਦਾ ਡਿੱਗਦਾ, ਅਤੇ ਥੱਲੇ ਘਾਹ ਸੀ ਸੁੱਕਾ,
ਉਹ ਸੁੱਕੇ ਘਾਹ ਨੂੰ ਅੱਗ ਲੱਗ ਗਈ ਤੇ ਉਹ ਕਬੂਤਰ ਜਿਹੜਾ ਸੜ ਕੇ ਕਬਾਬ ਬਣ ਗਿਆ, ਉਹ ਵੀ ਖਾਣਯੋਗ ਬਣ ਗਿਆ। ਤੇ ਸਾਰੇ ਕਹਿੰਦੇ ਹਾਂ ਹਾਂ ਸੱਚ ਆ ਸੱਚ ਆ। ਸੋ ਕਹਿਣ ਤੋਂ ਭਾਵ ਸਮਝਣ ਵਾਲੀ ਗੱਲ ਇਹ ਹੈ ਕਿ ਨਾਲੇ ਤੇ ਪੰਡਿਤ ਲੋਕ ਝੂਠ ਬੋਲਦੇ ਸੀ ਤੇ ਝੂਠ ਬੋਲ ਕੇ ਫਿਰ ਉਹਨੂੰ ਸ਼ਿੰਗਾਰਦੇ ਸੀ ਕਿ ਭਾਈ ਇਸ ਤਰ੍ਹਾਂ ਕਰ, ਤੇਰਾ ਸ਼ੁਕਰ ਭਾਰੀ ਹੈ, ਤੇਰਾ ਸ਼ਨਿਚਰ ਭਾਰੀ ਹੈ। ਅੱਜ ਵੀ ਕਰਦੇ ਆ ਨਾ ਜੋਸ਼ੀ ਲੋਕ, ਤੈਨੂੰ ਆਹ ਕਸ਼ਟ ਹੈ, ਇਹਦਾ ਕਰਕੇ ਕਸ਼ਟ ਹੈ, ਕਈ ਤਰ੍ਹਾਂ ਦੇ ਝੂਠ ਬੋਲਦੇ ਆ। ਫਿਰ ਉਹਨੂੰ ਸ਼ਿੰਗਾਰਦੇ ਆ ਕਿ ਦੱਸ ਤੇਰੇ ਘਰ ਦੇ ਵਿੱਚ ਇਸ ਦਿਨ ਆ ਹੋਇਆ ਸੀ ਕਿ ਨਹੀਂ। ਉਹ ਕਹਿੰਦਾ ਹਾਂ ਹੋਇਆ ਸੀ। ਹੋਇਆ ਹੀ ਹੁੰਦਾ ਕੋਈ ਨਾ ਕੋਈ ਐਸਾ ਕਾਰਜ ਜਿਹੜਾ ਘਰਾਂ 'ਚ ਆਮ ਹੀ ਹੁੰਦੇ ਰਹਿੰਦੇ, ਉਹਨਾਂ 'ਚ ਇੱਕ ਗੱਲ ਲੈ ਲੈਣੀ ਤੇ ਫਿਰ ਉਹਨੇ ਕਹਿਣਾ ਹਾਂ ਹੋਇਆ ਸੀ, ਪੰਡਿਤ ਤੇ ਸੱਚ ਹੀ ਬੋਲਦਾ। ਮਹਾਰਾਜ ਕਹਿੰਦੇ ਫਿਰ ਤੁਸੀਂ ਕੀ ਕਰਦੇ ਹੋ, ਮੁੱਖ ਝੂਠ ਬੇਭੂਖਣ ਸਾਰਨ। ਜਿਵੇਂ ਗਹਿਣੇ ਹੁੰਦੇ ਆ ਨਾ, ਕੋਈ ਨਕਲੀ ਗਹਿਣੇ ਬਣਾਉਣ ਵਾਲੇ ਜਿਹੜੇ ਕਾਰੀਗਰ ਹੁੰਦੇ ਆ, ਉਹ ਗਹਿਣਿਆਂ ਦੇ ਪਾ ਜਿਹੜੀ ਆ ਉਹ ਅਸਲੀ ਸੋਨੇ ਦੀ ਚਾੜ ਦਿੰਦੇ ਆ, ਉਹ ਲੱਗਦਾ ਹੀ ਨਹੀਂ ਕਿ ਸੋਨਾ ਨਕਲੀ ਹੋਵੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਤੁਸੀਂ ਮੁੱਖੋਂ ਝੂਠ ਬੋਲਦੇ ਹੋ, ਫਿਰ ਉਸ ਝੂਠ ਨੂੰ ਸ਼ਿੰਗਾਰ ਦਿੰਦੇ ਹੋ ਗਹਿਣਿਆਂ ਦੀ ਤਰ੍ਹਾਂ, ਫਿਰ ਉਹ ਲੱਗਦਾ ਹੀ ਨਹੀਂ ਕਿ ਝੂਠ ਹੈ। ਤ੍ਰੈਪਾਲ ਤਿਹਾਲ ਵਿਚਾਰਨ। ਤ੍ਰੈਪਾਲ, ਤ੍ਰੈ ਦਾ ਅਰਥ ਹੁੰਦਾ ਤਿੰਨ ਤੇ ਪਾਲ ਦਾ ਅਰਥ ਹੁੰਦਾ ਹੈ ਪੰਕਤੀਆਂ ਪਦੇ। ਤ੍ਰੈਪਾਲ ਤਿੰਨਾਂ ਪੰਕਤੀਆਂ ਵਾਲੀ ਜਿਹੜੀ ਗਾਇਤਰੀ ਮੰਤਰ ਹੈ, ਗਾਇਤਰੀ ਮੰਤਰ ਸਾਧ ਸੰਗਤ ਇਹਨਾਂ ਦੇ ਵਿੱਚ ਬਹੁਤ ਗੁਣਗਾਨ ਗਾਇਆ ਜਾਂਦਾ ਹੈ। ਹਿੰਦੂ ਧਰਮ ਦੇ ਅੰਦਰ ਗਾਇਤਰੀ ਮੰਤਰ ਪੜ੍ਹਿਆ ਸੁਣਿਆ ਜਾਂਦਾ ਹੈ। ਕਹਿੰਦੇ ਵੀ ਜਿਹੜਾ ਇਸ ਗਾਇਤਰੀ ਮੰਤਰ ਨੂੰ ਜਪਦਾ ਹੈ ਉਹਦੀ ਕਲਿਆਣ ਹੁੰਦੀ ਹੈ। ਇਹ ਤਿੰਨਾਂ ਪਦਿਆਂ ਦਾ ਹੈ, ਤਿੰਨਾਂ ਲਾਈਨਾਂ ਦਾ ਅੱਖਰ ਹੈ, ਤਿੰਨ ਪਾਲਾਂ ਵਾਲਾ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਗਾਇਤਰੀ ਮੰਤਰ ਪੜ੍ਹਦੇ ਹੋ, ਤ੍ਰੈਪਾਲ ਤਿਹਾਲ, ਤਿਹਾਲ ਤਿੰਨ ਟਾਈਮ, ਵਿਚਾਰ ਕਰਦੇ ਹੋ ਇਹਦੀ, ਤਿੰਨ ਸਮੇਂ ਤੁਸੀਂ ਗਾਇਤਰੀ ਮੰਤਰ ਪੜ੍ਹਦੇ ਹੋ, ਫਿਰ ਉਹਦੀ ਵਿਚਾਰ ਕਰਦੇ ਹੋ ਤਿੰਨ ਟਾਈਮ। ਤੇ ਵਿਚਾਰ ਕਰਨ ਤੋਂ ਬਾਅਦ ਗਲ ਮਾਲਾ ਤਿਲਕ ਲਿਲਾਟੰ, ਫਿਰ ਤੁਸੀਂ ਗਲ ਦੇ ਵਿੱਚ ਮਾਲਾ ਪਾਈ ਹੁੰਦੀ ਹੈ, ਰੁਦਰਾਕਸ਼ ਦੀ ਕਿਸੇ ਨੇ ਪਾਈ ਹੁੰਦੀ, ਕਿਸੇ ਨੇ ਮੋਤੀਆਂ ਦੀ ਪਾਈ ਹੁੰਦੀ ਹੈ। ਗਲ ਦੇ ਵਿੱਚ ਮਾਲਾ ਤੇ ਫਿਰ ਤਿਲਕ ਲਿਲਾਟੰ, ਫਿਰ ਤੁਸੀਂ ਤਿਲਕ ਲਾਉਂਦੇ ਹੋ। 12 ਤਰ੍ਹਾਂ ਦੇ ਤਿਲਕ ਜਿਹੜਾ ਆ ਉਹ ਮੰਨਿਆ ਗਿਆ ਹਿੰਦੂਆਂ ਦੇ ਵਿੱਚ, 12 ਤਰ੍ਹਾਂ ਦੇ ਤਿਲਕ ਉਹ ਆਪਣੇ ਸਾਰੇ ਸਰੀਰ ਦੇ ਉੱਤੇ ਲਾਉਂਦੇ ਆ, ਸਾਰੇ ਦੇਵਤਿਆਂ ਨੂੰ ਅਵਤਾਰਾਂ ਨੂੰ ਸਮਝ ਕੇ, ਤੇ ਉਸ ਹਿਸਾਬ ਦੇ ਨਾਲ ਉਹ ਆਪਣੇ ਸਾਰੇ ਸਰੀਰ ਦੇ ਉੱਤੇ 12 ਤਰ੍ਹਾਂ ਦੇ ਤਿਲਕ ਜਿਹੜੇ ਉਹ ਲਾਉਂਦੇ ਆ। ਮਹਾਰਾਜ ਕਹਿੰਦੇ ਗਲ ਦੇ ਵਿੱਚ ਤੁਸੀਂ ਮਾਲਾ ਲਟਕਾ ਲੈਂਦੇ ਹੋ ਤੇ 12 ਤਰ੍ਹਾਂ ਦੇ ਤਿਲਕ ਤੁਸੀਂ ਆਪਣੇ ਸਾਰੇ ਸਰੀਰ ਦੇ ਉੱਤੇ ਲਾਉਂਦੇ ਹੋ। ਤਿਲਕ ਲਿਲਾਟੰ। ਦੋਏ ਧੋਤੀ ਵਸਤਰ ਕਪਾਟੰ, ਦੋ ਤਰ੍ਹਾਂ ਦੀਆਂ ਧੋਤੀਆਂ ਤੁਸੀਂ ਰੱਖੀਆਂ ਹੁੰਦੀਆਂ, ਇੱਕ ਦੇ ਨਾਲ ਇਸ਼ਨਾਨ ਕਰਦੇ ਹੋ ਤੇ ਦੂਸਰੀ ਜਿਹੜੀ ਉਹ ਸੁੱਕੀ ਪਹਿਨ ਕੇ ਤੇ ਜਿਹੜੀ ਗਿੱਲੀ ਉਹਨੂੰ ਸੁੱਕਣੇ ਪਾ ਦਿੰਦੇ ਹੋ। ਦੋਏ ਧੋਤੀ ਵਸਤਰ ਕਪਾਟੰ, ਕਪਾਟੰ ਦਾ ਅਰਥ ਹੁੰਦਾ ਮਸਤਕ, ਸਿਰ। ਮਹਾਰਾਜ ਕਹਿੰਦੇ ਇੱਕ ਜਿਹੜਾ ਵਸਤਰ ਉਹ ਤੁਸੀਂ ਸਿਰ ਦੇ ਉੱਤੇ ਰੱਖਦੇ ਹੋ ਬੰਨ੍ਹ ਕੇ, ਪਰਨਾ ਜਿਹਾ, ਜਿਹਦੇ ਨਾਲ ਧੋਤੀ ਬਦਲਦੇ ਹੋ ਤੇ ਜਾਂ ਜਿਹਦੇ ਨਾਲ ਤੁਸੀਂ ਸਿਰ 'ਤੇ ਰੱਖ ਕੇ ਤੇ ਪੂਜਾ ਪਾਠ ਕਰਦੇ ਹੋ। ਦੋਏ ਧੋਤੀ ਵਸਤਰ ਕਪਾਟੰ। ਇਹਨਾਂ ਕੋਲ ਸਤਿਗੁਰੂ ਕਹਿ ਕੇ ਅੱਗੇ ਦੱਸਦੇ ਆ, ਮਹਾਰਾਜ ਕਹਿੰਦੇ ਜੇ ਜਾਨਸ ਬ੍ਰਹਮੰ ਕਰਮੰ। ਭਾਈ ਪੰਡਿਤੋ, ਜੇ ਤੁਸੀਂ ਕਹੋ ਕਿ ਇਹ ਬ੍ਰਹਮ ਦੇ ਕਰਮ ਹਨ, ਪਰਮੇਸ਼ਰ ਨੂੰ ਪਾਉਣ ਦੇ ਕਰਮ ਹਨ, ਤੇ ਇਹ ਪਰਮੇਸ਼ਰ ਨੂੰ ਪਾਉਣ ਵਾਲੇ ਕਰਮ ਨੇ। ਜੇ ਜਾਨਸ ਬ੍ਰਹਮੰ ਕਰਮੰ ਸਾਫੋਕਟ ਨਿਸ਼ਚਉ ਕਰਮੰ। ਮਹਾਰਾਜ ਕਹਿੰਦੇ ਇਹ ਨਿਸ਼ਚਾ ਕਰਕੇ ਜਾਣ ਲਓ ਭਾਈ ਇਹ ਫੋਕਟ ਕਰਮ ਹਨ, ਇਹਦੇ ਨਾਲ ਬ੍ਰਹਮ ਦੀ ਪ੍ਰਾਪਤੀ ਨਹੀਂ ਹੈ। ਆਓ ਇੱਕ ਵਾਰੀ ਫਿਰ ਵਿਚਾਰ ਲਈਏ ਕੀ ਕਰਦੇ ਆ। ਪੜ੍ਹ ਪੁਸਤਕ ਸੰਧਿਆ ਬਾਦਨ, ਪੁਸਤਕਾਂ ਪੜ੍ਹਨੀਆਂ, ਫਿਰ ਉਸ ਤੋਂ ਬਾਅਦ ਪੂਜਾ ਪਾਠ ਕਰਨਾ, ਫਿਰ ਉਸ ਤੋਂ ਬਾਅਦ ਵਾਦ ਵਿਵਾਦ ਕਰਨਾ, ਸਿੱਲਾਂ ਨੂੰ ਪੂਜਣਾ, ਸਿੱਲ ਪੂਜ ਸਬਗਲ ਸਮਾਧਨ, ਸਮਾਧੀ ਲਾ ਕੇ ਬੈਠ ਜਾਣਾ, ਫਿਰ ਮੁੱਖ ਝੂਠ ਵਿਭੂਖਣ ਸਾਰਨ, ਝੂਠ ਬੋਲਣਾ, ਫਿਰ ਉਹਨੂੰ ਸ਼ਿੰਗਾਰ ਦੇਣਾ। ਤ੍ਰੈਪਾਲ ਤਿਹਾਲ ਵਿਚਾਰਨ, ਗਾਇਤਰੀ ਮੰਤਰ ਨੂੰ 3 ਟਾਈਮ ਵਿਚਾਰਨਾ ਪੜ੍ਹਨਾ, ਫਿਰ ਗਲ ਮਾਲਾ ਤਿਲਕ ਲਿਲਾਟੰ, ਗਲ ਦੇ ਵਿੱਚ ਮਾਲਾ ਪਾਉਣੀ, ਤਿਲਕ ਲਾਉਣੇ ਸਰੀਰ ਦੇ ਉੱਤੇ। ਦੋਏ ਧੋਤੀ ਵਸਤਰ ਕਪਾਟੰ, ਇਸ਼ਨਾਨ ਕਰਕੇ ਧੋਤੀਆਂ ਬਦਲੀਆਂ ਤੇ ਸਿਰ ਦੇ ਉੱਤੇ ਕੱਪੜਾ ਬੰਨ੍ਹ ਕੇ ਰੱਖਣਾ। ਤੇ ਮਹਾਰਾਜ ਕਹਿੰਦੇ ਜੇ ਜਾਨਸ ਬ੍ਰਹਮੰ ਕਰਮੰ। ਭਾਈ ਜੇ ਤੁਸੀਂ ਇਹ ਕੁਛ ਕਰਕੇ ਕਹੋ ਕਿ ਇਹ ਬ੍ਰਹਮ ਦੇ ਕਰਮ ਹਨ, ਸਫੋਕਟ ਨਿਸ਼ਚਉ ਕਰਮੰ, ਤੇ ਇਹ ਸੱਚ ਜਾਣਿਓ, ਇਹ ਨਿਸ਼ਚਾ ਕਰਕੇ ਜਾਣਿਓ ਕਿ ਇਹ ਸਾਰੇ ਫੋਕਟ, ਫੋਕਟ ਦਾ ਅਰਥ ਝੂਠੇ ਕਰਮ ਹਨ, ਇਹਨਾਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ। ਤੇ ਇਹਨਾਂ ਨੇ ਪੁੱਛਿਆ ਮਹਾਰਾਜ ਫਿਰ ਪਰਮੇਸ਼ਰ ਦੀ ਪ੍ਰਾਪਤੀ ਕੀ ਹੈ, ਕਿਵੇਂ ਪ੍ਰਾਪਤੀ ਹੋਏ? ਜੇ ਇੰਨਾ ਕੁਛ ਕਰਨ ਦੇ ਨਾਲ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੈ ਤੇ ਫਿਰ ਪ੍ਰਾਪਤੀ ਕਿਵੇਂ ਆ? ਤੇ ਸਤਿਗੁਰੂ ਬਖਸ਼ਿਸ਼ ਕਰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਕਹੋ ਨਾਨਕ ਨਿਹਚਉ ਧਿਆਵੈ,
विन सतगुर वाट ना पावै। सतगुर कहते भाई कहो नानक निश्चौ ध्यावै। निश्चा करके उस परमेश्वर नूं ध्या। ते उस निश्चय का तरीका कौन दसदा है? विन सतगुर वाट ना पावै। बिना सतगुरु तो रस्ता नहीं प्राप्त हुंदा। जिन्ने मर्जी धर्म कर लो, गुरु तो बिना राह नहीं है। गुरु निश्चा बनाउंदा परमेश्वर दे उत्ते। हुण गुरु निश्चा साध संगत बनाउंदा किवें? आपां सारे जुड़ बैठे हैं ते सानू ये तो नहीं ना पता परमेश्वर घट घट दे विच व्यापक किवें आ, किवें वो साडे कारज सवारदा, सानू नहीं पता। पर साडा गुरु कहंदा है कि परमेश्वर घट घट दे विच व्यापक है। परमेश्वर जिहड़ा उहदा नाम जपण दे नाल कल्याण हुंदी है। ते सानू अपने गुरु ते निश्चा है। ते गुरु ने जदों ये गल कह दित्ती ते असीं मन जाने आ, तां ही असीं उस परमेश्वर नूं याद करन वेले अंमृत वेले उठदे हां, बंदगी करते हैं, सिमरन करते हैं, कथा कीर्तन सरवण करते हैं, बाणी पढ़ते हैं। काहदे वास्ते? क्योंकि सानू अपने गुरु ते भरोसा है। क्योंकि साडा गुरु कहंदा है कि परमेश्वर घट घट च व्यापक है। जे उहनूं याद करांगे प्यार दे नाल, जे उहदे ते निश्चा करांगे ते वो जरूर सानू प्राप्त होएगा। सानू अपने गुरु ते भरोसा है। बिन सतगुर वाट ना पावे। बिना सतगुरु तो रस्ता किसी ने नहीं पंडितों प्राप्त किया। गुरसिखो जे प्राप्त करना है राह तो गुरु की शरण में आवो, क्योंकि गुरु तुहानू रस्ता दिखावेगा। होर किसी तरह रस्ता प्राप्ति नहीं है। महाराज ने कहा भाई सारे तरह के जिन्ने भी धर्म कर्म हैं तुसीं करदे हो, ये सारे तुहाडे फोगट कर्म हैं। इन्हां कर्मां दे नाल परमेश्वर की प्राप्ति नहीं है। हाँ, इन्हां कर्मां दे नाल दूसरिਆਂ ਨੂੰ ठग्या जरूर जा सकदा, दूसरिਆਂ ਨੂੰ जरूर भरमाया जा सकदा सामने वाले नूं। पर जे प्राप्ति करनी है परमेश्वर की, ਉਹਦੇ वास्ते गुरु वाले रस्ते से तुरना पवेगा। बिन सतगुर वाट ना पावे। ब्राह्मणों बिना सतगुरु तो कोई वाट नहीं पा सकता, रस्ता नहीं प्राप्त कर सकता। इस करके गुरु की शरण दे विच जाओ ताकि तुहाडी कल्याण हो जाए। पौड़ी सतगुरु अगे पौड़ी के अंदर बख्शिश करते हैं। कू कपड़ रूप सुहावना, छड्ड दुनिया अंदर जावना। इत्थे सतगुरां ने हुण बख्शिश कीती है उन्हां मनुखां दी जिहड़े मायाधारी हन, जिहड़े चंगे चंगे कपड़े पहनण दे शौकीन हन, जिहड़े सोहना रूप सवारन ते लगे हुए आ, अपने रूप नूं सवारन ते लगे आ। महाराज कहंदे ये गल याद रखियो, आपा सवारन वास्ते लगे हो, शरीर नूं सवारन वास्ते लगे हो, सोहने कपड़े पहन के दूसरे नूं विखाउण ते लगे हो। ये गल याद रखियो भाई, कपड़ रूप सुहावना, छड्ड दुनिया अंदर जावना। जिन्ने सोहने सोहने कपड़े पहनते इत्थे रह जाने, जिन्ना अपने चेहरे नूं सवारदे हो, अपने रूप नूं सवारदे हो शीशे अगे खड़ के, ते याद रखियो ये सारा कुछ सुहापण इत्थे ही छड्ड जाना। कपड़ रूप सुहावना, छड्ड दुनिया अंदर जावना। मंदा चंगा अपना, आपे ही कीता पावना। उस परमेश्वर की दरगाह दे विच तेरे सोहने कपड़े नहीं देखे जाने, तेरा सोहना रूप नहीं देखा जाना। उत्थे विचार होनी है ते तेरे चंगे ते माड़े कर्मां दी, कि तू की चंगा कीता है, की माड़ा कीता है। माड़े चंगे दी विचार तेरे कर्मां दी उस परमात्मा की कचहरी दे विच होनी है, ना कि उत्थे तेरे सोहने वस्त्र वेखे जाने आ। ये नहीं देखा जाना कि तू किहड़ा ब्रांड पाया है, किहड़ा कपड़ा तू पाया है, ये नहीं देखा जाना। तू किहो जे अपने मूँह नूं सवारिया है, की कुछ लाउना है, ये उत्थे नहीं देखा जाना। उत्थे देखा जाना है मंदा ते चंगा, कि तू चंगा कीता की संसार 'च जाके, किसी का भला भी कीता कि जां ठगियां टोरियां करदा रहा। मंदा चंगा अपना, आपे ही कीता पावना। मारे कहंदे उत्थे कीता होया तैनूं पाउणा पैना, तेरे पल्ले 'च पै जाना है। हुक्म किए मन भाव दे, राह भीड़ै अगे जावना। मर कहते हुक्म किए जिन्हों ने संसार के उत्ते अपना हुक्म चलाया, किसी की मनी नहीं। कहते जो मैं कह दिता उही सत्य है, मेरी गल सत्य करके मान लो, चंगी है माड़ी है, मैं ही अपना हुक्म चलाने वाला हुक्मरान कई बन जाते हैं ना, जेड़े बिना किसी ने पुछिया अपना हुक्म लागू कर देंगे है। तो हालात इवें दे अजकल बने पे आ, तुहाडे सामने ही है। हुक्मरान जिहड़े आ वो बिना किसी ने पुछिया अपना हुक्म दे देंगे है। प्रजा का नहीं सोचते कि होवेगा की, प्रजा के हक की गल है कि निहक्की गल है, नहीं सोचते।
महाराज कहते ਜਿਹੜੇ इदा करते ना हुक्म किए मन भावते, अपने मन भावते ਜਿਹੜੇ हुक्म करते आ राहे भीड़ है अगे जावना। अगला ਜਿਹੜਾ रस्ता है ना उस परमेश्वर की दरगाह का वो बड़ा भीड़ा है, बड़ा भीड़ा रस्ता है। जिस रस्ते थानी लंघना है उस रस्ते थानी जो लंघना है तो उत्थे फिर बहुत मार पैनी है जो उधर की लंघते। नंगा दोजक चालिया तां दिसै खरा डरावना। मारे कहते नंगा दोजक चालिया, ये जेड़े कपड़े पहनता है, रूप शिंगारता है, हुक्म करता है, ये सारा कुछ इत्थे रह जाना। उत्थे तेनू बिना कपड़ियां तो नंगे नू तेनू तोड़ के लैके जाएंगे। नंगा दोजक चालिया, दोजक नरक दे विच तेनू चलाया जाएगा। नंगा दोजक चालिया तां दिसै खरा डरावना। इत्थे तो तू बड़ा रूप शिंगार के कहना मेरे वर्गा सोहना नहीं हैगा, पर जदों उस परमेश्वर की दरगाह च तेनू सजावां मिलियां उत्थे तेरा रूप डरावना हो जाना, ऐसा रूप हो जाना भयानक उत्थे, क्योंकि कर्मां दे हिसाब नाल तेनू उत्थे फल मिलना है। ते नंगा दोजक चालिया तां दिसै खरा डरावना कर अवगण पछतावना। मर कहते अवगण करके पछतावना पैंदा है। अखीर नूं अवगण नहीं मनुख नूं करने चाहिए, क्योंकि अवगण जिहड़े हन ਉਹ ਮਨੁੱਖ ਨੂੰ ਲੈ ਬਹਿੰਦੇ ਆ। ਕਰ ਅਵਗਣ ਪਛਤਾਵਣਾ, ਜਿਹੜੇ ਅਵਗਣ ਸੰਸਾਰ ਤੇ ਕੀਤੇ ਉਹਦੇ ਨਾਲ ਬਾਅਦ ਦਰਗਾਹ ਦੇ ਵਿੱਚ ਤੈਨੂੰ ਪਛਤਾਉਣਾ ਪਵੇਗਾ, ਉੱਥੇ ਤੈਨੂੰ ਭਾਈ ਸਜ਼ਾਵਾਂ ਮਿਲ ਗਈਆਂ। ਸੋ ਸਤਿਗੁਰਾਂ ਨੇ ਇਹਨਾਂ ਦੋ ਸਲੋਕਾਂ ਅਤੇ ਪੌੜੀ ਦੇ ਸਮੇਤ ਬਖਸ਼ਿਸ਼ ਕੀਤੀ ਹੈ ਕਿ ਭਾਈ ਮਨੁੱਖ ਜਿਹੜੇ ਹੁੰਦੇ ਆ ਕਈ ਸਿੰਬਲ ਰੁੱਖ ਵਰਗੇ ਹੁੰਦੇ ਆ, ਜਿਹੜੇ ਪੂਜਾ ਪਾਠ ਵੀ ਕਰਦੇ ਆ, ਧੋਤੀਆਂ ਵੀ ਬਦਲਦੇ ਆ, ਸਾਰਾ ਤਿਲਕ ਵੀ ਲਾਉਂਦੇ, ਸਾਰਾ ਕੁਛ ਕਰਦੇ ਆ। फिर उस तो बाद महाराज कहते इन्ना कुछ करन तो बाद परमेश्वर की दरगाह दे विच परवान नहीं चढ़ते, उत्थे इन्हों नरकां दे विच धक्किया जाता है। उत्थे उन्हां दी कोई बाँह फड़न वाला नहीं हुंदा। बाँह फड़न वाला ते एक है, वो कौन है? गुरु, सच्चा गुरु। विण सतगुरु वाट ना पावे। सच्चे गुरु के रस्ते ते चलांगे तो जीवन च प्राप्ति है, नहीं तो मनुख जिहड़ा है सदा ही जीवन दे इस निर्मोल जीवन को गवा के इत्थों चला जाता है। फिर उन्होंने दरगाह के विच सजावां मिलदियां, फिर कहता मैं क्यों अवगण किते, फिर पछताउंदा है तो फिर पछतावा ही पल्ले रह जाता। इस करके गुरु घर आया करिए, गुरु की सिक्ख्या ते चल के जीवन बतीत करिए, गुरु के रस्ते ते चल के अपने आप को सवारीए। इन्नियां क बेनतियां प्रवान करनियां होईयां भुल्लां चुक्कां दी खिमा बुलाओ फतेह जी। वाहिगुरू जी का खालसा, वाहिगुरू जी की फतेह।